Hello दोस्तों, welcome to Siddhi Punjab. Today we are going to discuss the current affairs from 2nd to 4th December ਜਿਹੜੇ ਵੀ important current affairs ਉਹ ਆਪਾਂ discuss ਕਰਾਂਗੇ। ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇਨਫੋਰਮ ਕਰ ਦੇਣਾ ਚਾਹੁੰਦੀ ਹਾਂ ਕਿ ਤੁਹਾਡੀ ਹਰਿਆਣਾ HCS ਦੀ ਪ੍ਰੈਪਰੇਸ਼ਨ ਚ ਹੈਲਪ ਕਰਨ ਲਈ ਅਸੀਂ ਡੈਡੀਕੇਟਡਲੀ ਚੈਨਲ ਤੇ ਗਰੁੱਪ ਬਣਾਇਆ ਹੋਇਆ ਹੈ ਸਿੱਧੀ ਹਰਿਆਣਾ ਦੇ ਨਾਮ ਤੋਂ। ਤਾਂ ਤੁਸੀਂ ਉਹ ਚੈਨਲ ਵੀ ਪਲੀਜ਼ ਚੈੱਕ ਕਰੋ ਅਗਰ ਤੁਸੀਂ ਹਰਿਆਣਾ ਲਈ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਤੁਹਾਨੂੰ ਕਾਫੀ ਹੈਲਪ ਕਰੇਗੀ। And we have started different courses for Haryana also. For to know more, just message will be there to assist you about the Haryana exam. Right? ਬਾਕੀ ਆਪਣੇ ਪੰਜਾਬ ਦੇ ਐਗਜ਼ਾਮ ਦੇ ਡਿਫਰੈਂਟ ਰਿਸੋਰਸ ਤੁਹਾਨੂੰ ਸਿੱਧੀ ਪੰਜਾਬ ਤੇ ਮਿਲ ਹੀ ਜਾਣਗੇ। Again, if you have any doubt, just message us on this number. We'll be there to assist you more on various courses that we are providing. ठीक है जी? Let's see the topics that we are going to discuss today. Indians in Canadian Parliament. डायस्पोरा ਦਾ ਕੀ ਰੋਲ ਹੈ ਇੰਟਰਨੈਸ਼ਨਲ ਪੋਲਿਟਿਕਸ ਵਿੱਚ, ਇਹ ਆਪਾਂ ਇੱਥੋਂ ਦੇਖ ਸਕਦੇ ਹਾਂ ਐਜ਼ ਐਨ ਐਗਜ਼ਾਮਪਲ ਇਹਨੂੰ ਆਨਸਰ ਕਰਦੇ ਹਾਂ। ਦੈਨ ਇੰਡੀਆ ਮਾਲਦੀਵਸ ਰਿਲੇਸ਼ਨ ਤੇ ਨਵੀਂ ਡਿਵੈਲਪਮੈਂਟ ਹੋਈ ਹੈ, ਇਹਨੂੰ ਦੇਖ ਲਵਾਂਗੇ। ਵਾਈ ਮਾਲਦੀਵਸ ਇਜ਼ ਸੋ ਇੰਪੋਰਟੈਂਟ ਫॉर ਇੰਡੀਆ, ਇਹ ਵੀ ਆਪਾਂ ਦੇਖ ਲਵਾਂਗੇ। ਦੈਨ ਕਲਾਈਮੇਟ ਚੇਂਜ ਨਾਲ ਰਿਲੇਟਡ ਇੰਡੀਆ ਨੇ ਆਪਦੀ ਇੱਕ ਰਿਪੋਰਟ ਪ੍ਰੈਜ਼ੈਂਟ ਕੀਤੀ ਹੈ UN ਦੇ ਵਿੱਚ। ਪੋਸਟ ਇੰਡੀਆ ਕਿਆ ਕਹਿ ਰਿਹਾ ਹੈ, ਕਿਆ ਡਾਟਾ ਪ੍ਰੈਜ਼ੈਂਟ ਕਰ ਰਿਹਾ ਹੈ, ਇਹਨੂੰ ਦੇਖ ਲਵਾਂਗੇ। ਦੈਨ ਆਨਸਰਸ 'ਚ ਯੂਜ਼ ਕਰ ਸਕਦੇ। ਦੈਨ वर्ल्ड फर्स्ट पोर्टेबल हॉस्पिटल इंडिया ने बनाया है, बहुत ही यूनिक डेवलपमेंट है। कैन बी आस्क्ड इन प्रीलिम्स आल्सो। बाकी ਤੁਸੀਂ ਆਪਦੇ ਡਿਜ਼ਾਸਟਰ ਮੈਨੇਜਮੈਂਟ ਦੇ ਆਨਸਰਸ ਚ ਵੀ ਐਜ਼ ਐਨ ਐਗਜ਼ਾਮਪਲ ਯੂਜ਼ ਕਰ ਸਕਦੇ ਹੋ। ਸੋ ਵੀ ਵਿਲ ਸੀ ਇਟ ਇਨ ਡਿਟੇਲ। And finally, COP28, very, very important of the year. Prelims means essays ਕਿਤੇ ਵੀ ਕੰਮ ਆ ਸਕਦੀ ਹੈ। So we will see it, क्या outcomes ਹੈ। ਬਾਕੀ ਇਹਦੀ details ਅੱਗੇ ਆਉਂਦੀਆਂ ਰਹਿਣਗੀਆਂ ਤਾਂ ਆਪਾਂ ਇਹਨੂੰ ਫਿਰ ਡਿਟੇਲ ਚ ਦੁਬਾਰਾ ਡਿਸਕਸ ਕਰਾਂਗੇ। Right? Let's begin with our discussion. Indians in Canadian Parliament. So देखो ਬਹੁਤ ਸਾਰੇ ਇੰਡੀਅਨਸ ਦੇ ਆਰ ਲਿਵਿੰਗ ਐਂਡ ਸਟੇਇੰਗ ਇਨ ਕੈਨੇਡਾ। ਕੈਨੇਡਾ ਦੀ ਇਕੋਨਮੀ ਵਿੱਚ ਕੰਮ ਕਰ ਰਹੇ ਨੇ, ਕੈਨੇਡਾ ਵਿੱਚ ਇੰਡੀਅਨ ਕਲਚਰ ਨੂੰ ਪ੍ਰਮੋਟ ਕਰਨ ਲਈ ਕੰਮ ਕਰ ਰਹੇ ਨੇ, ਕੈਨੇਡੀਅਨ ਸਪੋਰਟਸ ਦਾ ਵੀ ਪਾਰਟ ਬਣ ਚੁੱਕੇ ਨੇ। ਰਾਈਟ, ਇਸੇ ਤਰੀਕੇ ਨਾਲ ਬਹੁਤ ਸਾਰੇ ਇੰਡੀਅਨਸ ਦੇ ਆਰ ਨਾਓ ਟੇਕਿੰਗ ਪਾਰਟ ਇਨ ਦੀ ਪੋਲਿਟਿਕਸ ਆਲ। ਨॉट जस्ट इन कैनेडा, ਤੁਸੀਂ US ਚ ਦੇਖੋ, UK ਦੇ ਤਾਂ ਪ੍ਰਾਈਮ ਮਿਨਿਸਟਰ ਹੀ ਇੰਡੀਅਨ ਨੇ। ਰਾਈਟ, ਸੋ ਇਹ ਸਾਰੀ ਐਗਜ਼ਾਮਪਲਸ ਆਪਾਂ ਡਾਇਸਪੋਰਾ ਤੇ ਕੋਈ ਕੁਐਸਚਨ ਆਵੇ ਕਿ ਇੰਡੀਅਨ ਡਾਇਸਪੋਰਾ ਬਾਹਰ ਜਾ ਕੇ ਕਿਆ ਰੋਲ ਪਰਫਾਰਮ ਕਰ ਰਿਹਾ ਹੈ, ਉਹਨਾਂ 'ਚ ਯੂਜ਼ ਕਰ ਸਕਦੇ हैं। ਲੇਟੈਸਟ ਐਗਜ਼ਾਮਪਲ ਇਹਨਾਂ ਵਿੱਚ ਹੈ ਕੈਨੇਡੀਅਨ ਪੋਲੀਟੀਸ਼ੀਅਨ ਦਿਲਜੀਤ ਬਰਾੜ ਦੀ, ਜੋ ਐਕਚੁਅਲੀ ਮੁਕਤਸਰ ਤੋਂ ਉਹਨਾਂ ਦੀਆਂ ਰੂਟਸ ਜਿਹੜੀਆਂ ਬਿਲੋਂਗ ਕਰਦੀਆਂ ਨੇ। ਤੇ ਕਰੰਟਲੀ he has become the first turbaned man, yani ki Sikh person, to sit on the chair of speaker in the legislative assembly of Manitoba. Manitoba one of the 10 provinces ਹੈ ਕੈਨੇਡਾ ਦਾ। ਠੀਕ ਹੈ, ਜਿਵੇਂ ਆਪਣੇ ਇੱਥੇ ਬਹੁਤ ਸਾਰੀ ਸਟੇਟਸ ਵਗੈਰਾ ਹੁੰਦੀਆਂ ਹੈ, ਇੱਥੇ ਪ੍ਰੋਵਿੰਸਸ ਚ ਜਿਹੜੀ ਕੰਟਰੀ ਹੈ ਪੂਰੀ ਡਿਵਾਈਡਡ ਹੈ। 10 ਪ੍ਰੋਵਿੰਸਸ ਹੈ ਕੈਨੇਡਾ ਦੇ, ਉਹਨਾਂ ਚੋਂ ਇੱਕ ਜਿਹੜਾ ਪ੍ਰੋਵਿੰਸ ਹੈ ਉੱਥੇ ਇਹ ਸਪੀਕਰ ਦੀ ਤੌਰ ਤੇ ਨਿਯੁਕਤ ਹੋਏ ਨੇ। ਠੀਕ ਹੈ, ਬਾਕੀ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਲਈ ਵੀ ਇਹ ਕਾਫੀ ਕੰਟਰੀਬਿਊਟ ਕਰਦੇ ਰਹੇ ਨੇ। ਰਾਈਟ, ਸੋ ਕਦੀ ਵੀ ਡਾਇਸਪੋਰਾ ਦਾ ਰੋਲ ਪੁੱਛਿਆ ਜਾਵੇ, ਇਹੀ ਲੋਕ ਹੈ ਦੇਖੋ, ਇਹੀ ਬਾਹਰ ਜਾ ਕੇ ਇੰਡੀਆ ਦਾ ਰਿਲੇਸ਼ਨ ਬਣਾ ਵੀ ਸਕਦੇ ਆ, ਵਿਗਾੜ ਵੀ ਸਕਦੇ ਹੈ। ਤੁਸੀਂ ਪੋਜ਼ਿਟਿਵ ਨੈਗੇਟਿਵ ਦੋਨਾਂ ਚ ਐਗਜ਼ਾਮਪਲ ਲਿਖ ਸਕਦੇ ਹੋ। ਅੱਜ ਕੱਲ੍ਹ ਡਾਇਸਪੋਰਾ, ਇੰਡੀਅਨ ਡਾਇਸਪੋਰਾ ਦੋਨੋਂ ਰੋਲਸ ਪਰਫਾਰਮ ਕਰ ਰਿਹਾ ਹੈ। Right, we have seen some elements that are trying to threaten to the security of India also, but there are many elements who are working to build positive ties of foreign countries with India also. ठीक है, so इस तरीके नाल examples can। सेकंड है इंडिया मालदीव्स। ठीक है, पहला मैप ਤੇ ਦੇਖ ਲਓ, ਮਾਲਦੀਵਸ ਦੀ ਲੋਕੇਸ਼ਨ ਬਹੁਤ ਹੀ ਜ਼ਿਆਦਾ ক্লোਜ਼ ਹੈ ਇੰਡੀਆ ਦੇ। ਰਾਈਟ, ਅਗਰ ਤੁਸੀਂ ਲਕਸ਼ਦ੍ਵੀਪ ਮਿਨੀ ਕੋਏ ਤੋਂ ਦੇਖਣਾ ਹੋਵੇ ਤਾਂ ਇਹ ਸਿਰਫ 70 ਨੌਟੀਕਲ ਮਾਈਲ ਦੀ ਦੂਰੀ ਤੇ ਹੈ। ਪਰ ਅਗਰ ਇੰਡੀਆ ਦੀ ਵੈਸਟਰਨ ਕੋਸਟ ਤੋਂ ਵੀ ਤੁਸੀਂ ਇਹਨੂੰ ਮੈਜ਼ਰ ਕਰੋ ਤਾਂ ਆਲਮੋਸਟ 200 ਨੌਟੀਕਲ ਮਾਈਲ ਤੇ ਹੀ ਇਹ ਲੋਕੇਟਡ ਹੋਣਾ ਹੈ। ਕਹਿਣ ਦਾ ਮਤਲਬ ਹੈ ਇਹ ਬਹੁਤ ਹੀ ক্লোਜ਼, ਬਹੁਤ ਹੀ ਸਟ੍ਰੈਟੇਜਿਕ ਇੱਕ ਕੰਟਰੀ ਹੈ ਜਿਹੜੀ ਕਿ ਇੰਡੀਆ ਦੇ ਨਾਲ ਲੱਗੀ ਹੋਈ ਹੈ। ਇਸੇ ਲਈ ਇੰਡੀਆ ਨੂੰ ਮਾਲਦੀਵਸ ਨਾਲ ਅੱਛੇ ਰਿਲੇਸ਼ਨ ਬਣਾਉਣ ਵਿੱਚ ਇੰਟਰਸਟ ਹੈ। ਰਾਈਟ, ਦੇਖੋ ਮਾਲਦੀਵਸ ਇੰਨਾ ਇੰਪੋਰਟੈਂਟ ਕਿਉਂ ਹੈ, ਆਪਾਂ ਕਹਿ ਤਾਂ ਦਿੱਤਾ ਕਿ ਇਹ ਕੋਲੇ ਹੈ, ਲੋਕੇਸ਼ਨ ਜ਼ਰੂਰੀ ਹੈ। ਤਾਂ ਦੇਖੋ ਵਰਲਡ ਦਾ ਮੈਜੋਰਿਟੀ ਟ੍ਰੇਡ, ਸ਼ਿਪਮੈਂਟਸ, ਕੰਟੇਨਰਸ, ਬਹੁਤ ਸਾਰਾ એનર્ਜੀ ਰਿਸੋਰਸ ਟ੍ਰੇਡ ਜਿਹੜਾ ਹੈ, ਕਮਰਸ਼ੀਅਲ ਸ਼ਿਪਸ, ਉਹ ਇੱਥੋਂ ਹੀ ਜਾਂਦੀਆਂ ਨੇ। ਰਾਈਟ, ਸੋ ਐਨੀਵਨ ਹੂ ਹੈਜ਼ good relations or control over this area, they can monitor the movement of entire sea-bound trade and commerce। ठीक है, सो इसीलिए फर्स्ट ऑफ ऑल ਇਹਦੀ ਸਟ੍ਰੈਟੇਜਿਕ ਲੋਕੇਸ਼ਨ ਹੈ। ਆਪਾਂ ਇੱਥੇ ਬੈਠ ਕੇ ਪੂਰੀ ਆਬਜ਼ਰਵ ਕਰ ਸਕਦੇ ਹਾਂ, ਕੋਈ ਵੀ ਮੂਵਮੈਂਟ ਇੱਧਰ ਹੋਵੇ ਜਾਂ ਇੱਧਰ ਹੋਵੇ, ਤਰੀਕੇ ਨਾਲ ਇਟ ਕੈਨ ਬੀ ਆਬਜ਼ਰਵ। दैट इज व्हाई Maldives is very important। Firstly,
ਸੈਕੰਡਲੀ ਦੇਖੋ ਇੰਡੀਆ ਲਈ ਮਾਲਦੀਵਸ ਕਿਉਂ ਇੰਪੋਰਟੈਂਟ ਹੈ। ਚਾਈਨਾ ਦਾ ਇਨਫਲੂਐਂਸ ਬਹੁਤ ਵੱਧਦਾ ਜਾ ਰਿਹਾ ਹੈ। ਚਾਈਨਾ ਆਪਦੀ ਪ੍ਰੈਜ਼ੈਂਸ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਗਰ ਇੰਡੀਆ ਦੇ ਇੰਨੇ ਲਵੇ ਔਰ ਉੱਤੋਂ ਦੀ ਸਟ੍ਰੈਟੇਜਿਕ ਪੋਜੀਸ਼ਨ ਦੇ ਸਿਰ ਤੇ ਅਗਰ ਚਾਈਨਾ ਬੈਠਾ ਹੋਏਗਾ ਇੰਡੀਆ ਲਈ ਇਸ਼ੂ, ਇਸੇ ਲਈ ਟੂ ਕਾਊਂਟਰ ਦੀ ਇਫੈਕਟ ਆਫ ਚਾਈਨੀਜ਼ presence, India also wants to be present here, build good ties with Maldives। ਠੀਕ ਹੈ। ਉਸ ਤੋਂ ਬਾਅਦ ਥਰਡ ਇੰਪੋਰਟੈਂਟ ਰੀਜ਼ਨ ਹੈ, ਦੇਖੋ ਇੰਡੀਆ ਦਾ ਬਹੁਤ ਵੱਡਾ ਡਾਇਸਪੋਰਾ ਮਾਲਦੀਵਸ ਵਿੱਚ ਕੰਮ ਕਰ ਰਿਹਾ ਹੈ। ਮਾਲਦੀਵਸ 'ਚ ਦੇਖੋ ਬਹੁਤ ਵੱਡੀ ਟੂਰਿਜ਼ਮ ਇੰਡਸਟਰੀ ਹੈ, ਰਾਈਟ। ਸੋ ਇੰਡੀਅਨਸ ਆਰ ਵਰਕਿੰਗ ਇਨ ਵੇਰੀਅਸ ਕਪੈਸਿਟੀ, ਸਕਿਲਡ ਅਨਸਕਿਲਡ, ਬਹੁਤ ਸਾਰੀ ਜੌਬਸ ਮਾਲਦੀਵਸ 'ਚ ਕਰ ਰਹੇ ਹੈ। ਉਹਨਾਂ ਦੇ ਇੰਟਰਸਟ ਨੂੰ ਇੰਸ਼ੋਰ ਕਰਨ ਲਈ ਵੀ ਇੰਡੀਆ ਨੂੰ ਇੰਗੇਜਡ ਰਹਿਣਾ ਪੈਂਦਾ, ਮਾਲਦੀਵ ਨਾਲ ਅੱਛੇ ਰਿਲੇਸ਼ਨ ਬਣਾਉਣੇ ਪੈਂਦੇ, ਰਾਈਟ। ਸੋ ਇਸ ਤਰੀਕੇ ਨਾਲ ਇਹੋ ਜਿਹੇ ਕੁਝ ਰੀਜ਼ਨਸ ਹੈ ਕਿ ਮਾਲਦੀਵਸ ਆਪਣੇ ਲਈ ਇੰਪੋਰਟੈਂਟ ਹੈ। ਤਾਂ ਦੇਖੋ ਮਾਲਦੀਵਸ ਦੀ ਪੋਲਿਟਿਕਸ ਤੇ ਬਹੁਤ ਡਿਪੈਂਡ ਕਰਦਾ ਹੈ ਕਿ ਸਾਡੇ ਟਾਈਜ਼ ਮਾਲਦੀਵਸ ਨਾਲ ਕਿਸ ਤਰੀਕੇ ਦੇ ਹੋਣਗੇ ਉਸ ਸਮੇਂ ਤੇ, ਰਾਈਟ। ਸੋ ਦੇਖੋ ਇੱਕ ਪਰਸਨੈਲਿਟੀ ਹੈ ਇਬਰਾਹਿਮ ਮੁਹੰਮਦ ਸੋਲਹ, ਜਦੋਂ ਵੀ ਇਹ ਗਵਰਨਮੈਂਟ ਚੁਣਦੇ ਆ ਮਾਲਦੀਵਸ 'ਚ, ਦੈਨ ਇੰਡੀਆਜ਼ ਰਿਲੇਸ਼ਨਸ ਆਰ ਵੈਰੀ ਗੁੱਡ। ਹੀ ਅਲਾਉਜ਼ ਇੰਡੀਅਨ ਪ੍ਰੋਜੈਕਟਸ, ਹੀ ਅਲਾਉਜ਼ ਇੰਡੀਅਨ ਸੋਲਜਰਸ ਦੇਅਰ ਡਿਫਰੈਂਟ ਪਰਪਸਿਸ ਲਈ, ਡਿਫਰੈਂਟ ਪ੍ਰੋਜੈਕਟਸ ਲਈ, ਸਿਕਿਉਰਿਟੀ ਪ੍ਰੋਜੈਕਟਸ ਹੈ, ਡਿਵੈਲਪਮੈਂਟ ਪ੍ਰੋਜੈਕਟਸ ਲਈ। ਇਹਨਾਂ ਦੀ ਗਵਰਨਮੈਂਟ ਹਮੇਸ਼ਾ ਪ੍ਰੋ ਇੰਡੀਆ ਸਟੈਂਡ ਲੈਂਦੀ ਹੈ ਤੇ ਇੰਡੀਆ ਨੂੰ ਅੱਛਾ ਰੋਲ ਪਲੇ ਕਰਨ ਦਾ ਮੌਕਾ ਦਿੰਦੀ ਹੈ, ਰਾਈਟ। ਬਟ ਜਦੋਂ ਓਪੋਜੀਸ਼ਨ ਗਵਰਨਮੈਂਟ ਪਹਿਲਾਂ ਹੁੰਦੇ ਸੀਗੇ ਨਾਸ਼ੀਦ ਨਾਮ ਦੀ ਇੰਡੀਵਿਜੂਅਲ, ਜਿਹੜੇ ਕਿ ਬਹੁਤ ਹੀ ਐਂਟੀ ਇੰਡੀਆ ਕੈਂਪੇਨ ਦੇ ਉੱਤੇ ਜਿੱਤ ਕੇ ਵੀ ਆਉਂਦੇ ਸੀ। ਨਵੇਂ ਇੰਡੀਵਿਜੂਅਲ ਉਸ ਪਾਰਟੀ ਦੇ ਮੁਹੰਮਦ ਮੋਜ਼ੀਜ਼ੂ, ਇਹ ਰਾਈਜ਼ ਹੋ ਕੇ ਆਏ ਨੇ, ਠੀਕ ਹੈ। ਇਹ ਇੰਨੇ ਪ੍ਰੋ ਨਹੀਂ ਹੈ ਇੰਡੀਅਨ ਗਵਰਨਮੈਂਟ ਦੇ। ਇਹਨਾਂ ਦਾ ਦੇਖੋ ਇਲੈਕਸ਼ਨ ਏਜੰਡਾ ਵੀ ਇਹੀ ਸੀ ਕਿ ਇੰਡੀਆ ਦੇ ਸੋਲਜਰਸ ਨੂੰ ਬਾਹਰ ਕੱਢਾਂਗੇ ਅਗਰ ਅਸੀਂ ਇਲੈਕਸ਼ਨ ਜਿੱਤ ਜਾਂਦੇ ਹਾਂ, ਇੰਡੀਆ ਦੀ ਪ੍ਰੈਜ਼ੈਂਸ ਨੂੰ ਘੱਟ ਕਰਾਂਗੇ ਅਗਰ ਅਸੀਂ ਸਿਲੈਕਸ਼ਨ ਜਿੱਤ ਜਾਂਦੇ ਹਾਂ, ਰਾਈਟ। ਸੋ ਇਹ ਉਸ ਤਰੀਕੇ ਦੀ ਪਾਰਟੀ ਹੈ, ਠੀਕ ਹੈ। ਸੋ ਹੁਣ ਇੰਡੀਆ ਮਾਲਦੀਵਸ ਕਿਆ ਕਰਨਾ ਚਾਹ ਰਹੀ ਹੈ, ਹੁਣ ਇਹ ਪਾਵਰ ਵਿੱਚ ਹੈ। ਸੋ ਰਿਲੇਸ਼ਨਸ ਨੂੰ ਹੁਣ ਰਾਈਟ ਟਰੈਕ ਤੇ ਰੱਖਣ ਲਈ ਕਿਆ ਕੀਤਾ ਜਾਵੇ, ਇਸੇ ਲਈ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਮਾਲਦੀਵਸ ਲੀਡਰ ਨਾਲ ਮਿਲ ਕੇ ਇਹ ਡਿਸਾਈਡ ਕੀਤਾ ਹੈ ਕਿ ਕੋਰ ਗਰੁੱਪ ਕ੍ਰੀਏਟ ਕੀਤਾ ਜਾਏਗਾ। ਕੋਰ ਗਰੁੱਪ ਯਾਨੀ ਕਿ ਇੰਪੋਰਟੈਂਟ ਜਿਹੜੇ ਸੈਕਟਰੀਜ਼ ਵਗੈਰਾ ਆਪਣੇ ਬੈਠ ਕੇ ਇੱਥੇ ਗੱਲਬਾਤ ਕਰਨਗੇ, ਜੋ ਵੀ ਦੋਨੋਂ ਕੰਟਰੀਜ਼ ਦੇ ਇਸ਼ੂਜ਼ ਹੈ, ਬਾਇਲੇਟਰਲ ਇਸ਼ੂਜ਼ ਹੈ, ਜੋ ਵੀ ਉਹਨਾਂ ਨੂੰ ਸਾਡੇ ਨਾਲ ਨਾਰਾਜ਼ਗੀ ਹੈ ਜਾਂ ਕੰਸਰਨ ਹੈ, ਵੀ ਵਿਲ ਡਿਸਕਸ ਸਿਟਿੰਗ ਇਨ ਦਿਸ ਕੋਰ ਗਰੁੱਪ, ਤਾਂ ਕਿ ਰਿਲੇਸ਼ਨਸ ਦੇ ਲੌਂਗ ਟਰਮ ਕੋਈ ਇੰਪੈਕਟ ਨਾ ਪਏ, ਠੀਕ ਹੈ। ਸੋ ਦਿਸ ਇਜ਼ ਵਾਟ ਯੂ ਹੈਵ ਟੂ ਲਰਨ। ਇੰਡੀਆ ਮਾਲਦੀਵਸ ਤੇ ਅਗਰ ਕੋਈ ਕੁਐਸਚਨ ਆ ਜਾਂਦਾ ਹੈ ਤਾਂ ਤੁਸੀਂ ਲੇਟੈਸਟ ਡਿਵੈਲਪਮੈਂਟ ਜ਼ਰੂਰ ਲਿਖੋਗੇ ਦੈਟ ਇੰਡੀਆ ਇਜ਼ ਟ੍ਰਾਈਂਗ ਟੂ ਮੈਂਡ ਇਟਸ ਟਾਈਜ਼ ਵਿਦ ਮਾਲਦੀਵਸ ਦੀ ਕਰੰਟ ਗਵਰਨਮੈਂਟ ਬਾय ਫਾਰਮਿੰਗ ਅ ਕੋਰ ਗਰੁੱਪ ਟੂ ਐਡਰੈਸ ਦੀ ਬਾਇਲੇਟਰਲ ਕੰਸਰਨ, ਠੀਕ ਹੈ। ਇਸ ਤਰੀਕੇ ਨਾਲ ਇਹ ਯੂਟਿਲਾਈਜ਼ ਕਰਨਾ ਹੈ। This is everything that I have explained to you. You can read this later. Now, next news item है India's emission intensity reduced by 33%, right? So देखो इंडिया या various governments ਜਿਹੜੀਆਂ हैं they communicate to United Nation Framework Convention on Climate Change, ठीक है। तो ये थर्ड नेशनल कम्युनिकेशन चल रही है, राइट। यू विल बी एबल टू अंडरस्टैंड इट बेटर अगर ਤੁਸੀਂ ਬੇਸਿਕਸ ਕਵਰ ਕੀਤੇ ਹੈ। UNFCC ਤੁਹਾਨੂੰ ਪਤਾ ਹੈ ਕਿਆ ਹੈ, ਕੌਪਸ ਕਿਆ ਹੈ, ਥੋੜਾ ਜਿਹਾ ਮੈਂ ਦੱਸ ਦਿੰਦੀ ਹਾਂ। ਨੈਕਸਟ ਆਪਣੇ ਆਰਟੀਕਲ ਚ ਕੌਪ ਵੀ ਡਿਸਕਸ ਕੀਤੀ ਹੈ, ਬੇਸਿਕ ਦੱਸ ਦਿੰਦੀ ਹੈ। ਦੇਖੋ ਅਰਥ ਸਮਿਟ ਜਿਹਨੂੰ ਕਹਿੰਦੇ ਹੈ ਜਾਂ ਪੂਰੀ ਦੁਨੀਆ ਦੀ ਕੰਟਰੀਜ਼ ਫਸਟ ਟਾਈਮ ਕਾइंड ऑफ सीरियसली they met in 1992 to decide the future of the earth in the wake of the changing climate, ਠੀਕ ਹੈ। ਉਸ ਲਈ ਯੂਨਾਈਟਿਡ ਨੇਸ਼ਨ ਫਰੇਮਵਰਕ ਕਨਵੈਨਸ਼ਨ ਕਲਾਈਮੇਟ ਚੇਂਜ 92 ਵਿੱਚ ਹੋਈ ਸੀ। ਇਸ ਤੇ ਡਿਸਾਈਡ ਕੀਤਾ ਗਿਆ ਕਿ ਕੰਟਰੀਜ਼ ਜਿਹੜੀਆਂ ਮਿਲ ਕੇ ਕਲਾਈਮੇਟ ਨੂੰ ਕੰਜ਼ਰਵ ਕਰਨ ਲਈ, ਪ੍ਰੋਟੈਕਟ ਕਰਨ ਲਈ ਅੱਗੇ ਸਟੈਪਸ ਲੈਣਗੀਆਂ, ਰਾਈਟ। ਇਸ ਤੇ ਬੇਸਿਸ ਤੇ ਇਹ ਵੀ ਡਿਸਾਈਡ ਕੀਤਾ ਗਿਆ ਕਿ ਹਰ ਸਾਲ ਉਹ ਮਿਲ ਕੇ ਕਲਾਈਮੇਟ ਦੇ ਆਪਦੇ ਪਲੇजेस ਨੂੰ, ਕਲਾਈਮੇਟ ਦੇ ਆਪਦੇ ਡਿਸੀਜਨਸ ਨੂੰ ਰਿਵਿਊ ਕਰਨਗੀਆਂ, ਰਾਈਟ। ਸੋ 1995 ਤੋਂ ਲੈ ਕੇ ਇਹ ਐਨੂਅਲ ਮੀਟਿੰਗ ਯਾਨੀ ਕਿ ਕੌਪ ਕਨਫਰੰਸ ਆਫ ਪਾਰਟੀਜ਼ ਹਰ ਸਾਲ ਆਲਮੋਸਟ ਹੁੰਦੀ ਰਹੀ ਹੈ 95 ਤੋਂ ਲੈ ਕੇ। ਇਸੇ ਲਈ ਦੇਖੋ ਤੁਸੀਂ ਕੌਪ 1 2 3 4 5 ਇਸ ਤਰੀਕੇ ਨਾਲ ਆਪਾਂ ਇਸ ਈਅਰ ਚ 28 ਤੇ ਪਹੁੰਚ ਚੁੱਕੇ हैं, राइट। सम ऑफ द इंपॉर्टेंट कॉप्स दैट यू हैव हर्ड अबाउट ਪੈਰਿਸ ਅਗਰੀਮੈਂਟ 2015 ਵਿੱਚ ਹੋਈ ਸੀ। ਇਸ ਚ ਬਹੁਤ ਸਾਰੇ ਅਗਰੀਮੈਂਟਸ ਕੀਤੇ ਗਏ ਸੀ ਕਿ ਅਸੀਂ ਕਲਾਈਮੇਟ ਚੇਂਜ ਜਿਹੜਾ ਹੈ ਉਹ ਰੋਕਣਾ ਹੈ, ਟੈਂਪਰੇਚਰ ਰਾਈਜ਼ 1.5 ਡਿਗਰੀ ਸੈਲਸੀਅਸ ਤੱਕ ਰੋਕਣ ਦੀ ਕੋਸ਼ਿਸ਼ ਕਰਨੀ ਹੈ। ਇਸ ਤਰੀਕੇ ਦੇ ਕੀਤੇ ਗਏ ਸੀ ਵਾਅਦੇ ਜਾਂ ਪਲੇजेस ਤੁਸੀਂ ਕਹਿ ਸਕਦੇ ਹੋ। ਇਹ ਬਹੁਤ ਇੰਪੋਰਟੈਂਟ ਅਗਰੀਮੈਂਟਸ, ਰਾਈਟ। ਇਸ ਤੋਂ ਬਾਅਦ ਹੋਇਆ ਸੀ ਕਿ ਬਹੁਤ ਸਾਰੀ ਕੰਟਰੀਜ਼ ਨੇ INDCs ਆਪਦੇ ਦਿੱਤੇ ਸੀ ਇਸ ਚ ਹੀ ਕਿ ਅਸੀਂ ਖੁਦ ਕਿਆ
ਅਸੀਂ ਕਿਆ ਕਮਿਟਮੈਂਟਸ ਫੋਲੋ ਕਰਾਂਗੇ ਕਲਾਈਮੇਟ ਨਾਲ ਰਿਲੇਟਡ INDCs ਉਹਨਾਂ ਨੂੰ ਕਹਿੰਦੇ ਹੈ ਇੰਟੈਂਸ਼ਨਲੀ ਨੈਸ਼ਨਲੀ ਡਿਟਰਮਿਨਡ ਕਮਿਟਮੈਂਟ ਤੇ ਅਸੀਂ ਆਪ ਖੁਦ ਦੱਸ ਰਹੇ ਹਾਂ ਕਿ ਅਸੀਂ ਇੰਨੀ ਰਿਡਕਸ਼ਨ ਕਰਦੇ ਹਾਂ ਫੋਸਲ ਫਿਊਲ ਦੀ ਯੂਜ਼ 'ਚ ਇੰਨਾ ਇਨਵਾਇਰਮੈਂਟ ਨੂੰ ਬਚਾ ਸਕਦੇ ਹਾਂ ਇੰਨਾ ਫੋਰੈਸਟ ਬਣਾ ਸਕਦੇ ਹਾਂ ਕਾਈਂਡ ਆਫ ਦੀਸ ਥਿੰਗ ਆਪਦੀ ਖੁਦ ਦੀ ਕਮਿਟਮੈਂਟਸ ਜੋ ਹਰ ਨੇਸ਼ਨ ਨੇ ਦਿੱਤੀਆਂ ਇਸ 'ਚ ਰਾਈਟ ਨਾ ਹੁਣ ਇਹੀ ਕਮਿਟਮੈਂਟਸ ਨੂੰ ਜਿਹੜੀ ਕੰਟਰੀਜ਼ ਹੈ ਉਹ ਦੱਸਦੀਆਂ ਰਹਿੰਦੀਆਂ ਹੈ ਕਿ ਅਸੀਂ ਕਿੱਥੋਂ ਤੱਕ ਪਹੁੰਚ ਉਹੀ ਹੈ ਇਹ ਥਰਡ ਨੈਸ਼ਨਲ ਕਮਿਊਨੀਕੇਸ਼ਨ ਇੰਡੀਆ UNFCCC ਨੂੰ ਦੱਸ ਰਿਹਾ ਹੈ ਕਿ ਅਸੀਂ ਆਪਦੀ ਕਮਿਟਮੈਂਟ ਤੇ ਕਿਤੇ ਕਿਤੇ ਤੱਕ ਹੈ ਸੋ ਇਹ ਥਰਡ ਕਮਿਊਨੀਕੇਸ਼ਨ ਹੈ ਜਦ ਦਾ ਇਹ INDC ਸਟਾਰਟ ਹੋਏ ਨੇ ਤੇ ਹੁਣ ਇੰਡੀਆ ਕਿਆ ਕਹਿ ਰਿਹਾ ਹੈ ਕਿ ਅਸੀਂ ਆਪਦੀ GDP ਐਮਿਸ਼ਨ ਇੰਟੈਂਸਿਟੀ ਜਿਹੜੀ ਹੈ 33% ਤੋਂ ਘਟਾ ਦਿੱਤੀ ਹੈ ਬਿਟਵੀਨ 2005 to 2019 ਜਿਹੜੀ ਕਿ ਬਹੁਤ ਹੀ ਮੀਨ ਡਿਵੈਲਪਮੈਂਟ ਹੈ ਜਿਹੜਾ ਅਸੀਂ 11 ਸਾਲਾਂ ਵਿੱਚ ਅੱਗੇ ਕਰਨਾ ਐਡਵਾਂਸ ਵਿੱਚ ਕਰ ਚੁੱਕੇ according to Indian government according to this report that Indian government has presented ਠੀਕ ਹੈ ਬਾਕੀ ਇੰਡੀਆ ਇਹ ਵੀ ਕਹਿ ਰਿਹਾ ਹੈ ਕਿ ਐਮਿਸ਼ਨਸ ਦਾ ਸਾਡੇ ਨਾਲੋਂ ਮੇਜਰ ਕਾਰਨ ਹੈ ਐਨਰਜੀ ਸੈਕਟਰ ਰਾਈਟ ਉਸ ਤੋਂ ਬਾਅਦ ਹੈ ਐਗਰੀਕਲਚਰ ਦੈਨ ਇੰਡਸਟਰੀ ਦੈਨ ਵੇਸਟ ਰੇਟ ਕਰਦੇ ਆ ਤੇ ਉਹਨੂੰ ਕਿਵੇਂ ਟ੍ਰੀਟ ਕਰਦੇ ਆ ਦੈਟ ਬਿਕਮ ਦਾ ਰੀਜ਼ਨ ਠੀਕ ਹੈ ਇਹ ਆਰਡਰ ਕਿਉਂ ਦੱਸ ਰਹੀ ਹੈ ਕਈ ਵਾਰ ਪ੍ਰੀਲਿਮਸ 'ਚ ਕੁਐਸਚਨ ਆ ਜਾਂਦਾ ਹੈ ਕਿ ਸਾਡੇ ਨਾਲੋਂ ਜ਼ਿਆਦਾ ਐਮਿਸ਼ਨਸ ਕਿਹੜੇ ਸੈਕਟਰ 'ਚ ਇਹ ਆਰਡਰ ਪਲੀਜ਼ ਯਾਦ ਰੱਖਣਾ ਹੈ ਉਹਦੇ ਪ੍ਰੈਜ਼ੈਂਟ ਕੀਤਾ ਹੈ ਇਸ ਬੇਸ ਕੁਐਸਚਨ ਹੈ ਦਿਸ ਫॉर ਪ੍ਰੀਲਿਮਸ और मेंस वगैरह ਚ ਵੀ ਤੁਸੀਂ व्हेन यू आर राइटिंग आंसर ठीक है तो ये फैक्ट याद रखना है ये ऑर्डर याद रखना है थर्ड इंपॉर्टेंट डाटा इंडिया ने क्या है कि इंडिया वर्ल्ड की 17% ऑफ द पॉपुलेशन ਨੂੰ ਹੋਸਟ ਕਰਦਾ ਹੈ ਫਿਰ ਵੀ ਪੂਰੇ ਵਰਲਡ ਦੀ ਅਗਰ ਪੋਲਿਊਸ਼ਨ ਦੇਖੋ ਜਾਂ ਕਾਰਬਨ ਐਮਿਸ਼ਨ ਦੇਖੋ that is just 4% that India ਇਹ ਤਾਂ ਪ੍ਰੋਪੋਰਸ਼ਨੇਟ ਹੋਣੀਆਂ ਚਾਹੀਦੀਆਂ ਜੇ ਸਾਡੀ 17% ਪੋਪੂਲੇਸ਼ਨ ਹੈ ਵਰਲਡ ਦੀ ਓਵਰ ਚੋਂ ਤਾਂ ਸਾਡੀ ਐਮਿਸ਼ਨ ਵੀ ਵਰਲਡ ਚੋਂ 17% ਹੈ ਬਟ ਨਹੀਂ ਇੰਡੀਆ ਇਹੀ ਹਾਈਲਾਈਟ ਕਰਨਾ ਚਾਹੁੰਦਾ ਹੈ ਕਿ ਇੰਡੀਆ ਦੀ ਪਰ ਕੈਪੀਟਾ ਐਮਿਸ਼ਨ ਪਰ ਵੱਡੀ ਕੰਟਰੀਜ਼ ਨੂੰ ਕੁਝ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਪੋਪੂਲੇਸ਼ਨ ਘੱਟ ਹੈ ਬਟ ਐਮਿਸ਼ਨ ਬਹੁਤ ਜ਼ਿਆਦਾ ਰਾਈਟ ਇਹ ਥਰਡ ਫੈਕਟ ਵੀ ਯਾਦ ਰੱਖੋਗੇ ਪਰ ਕੈਪੀਟਾ ਜਿਹੜੇ ਬਹੁਤ ਰਾਈਟ ਇਸ ਤਰੀਕੇ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰੋ ਇਹਦੇ ਨਾਲ ਹੀ COP28 ਪਹਿਲਾਂ ਕਰ ਲੈਂਦੇ ਹਾਂ ਵਿੱਚ ਵਾਲੇ ਟੌਪਿਕ ਆਪਾਂ ਕਰਾਂਗੇ COP28 ਰਾਈਟ ਐਜ਼ ਆਈ ਹੈਵ ਐਕਸਪਲੇਨ ਟੂ ਯੂ ਈਅਰਲੀ ਮੀਟਿੰਗਸ ਜਿਹੜੀਆਂ ਹੈ ਪੂਰੀ ਦੁਨੀਆ ਦੀ ਕੰਟਰੀਜ਼ ਟੂ ਰਿਵਿਊ ਟੂ overlook the climate commitments, climate issues that they are facing, the entire world is facing. So latest meeting UAE, right, United Arab Emirates, which ਹੋਈ ਸੀ November 30 to November 12 ਤੱਕ ਇਹ ਚੱਲੂਗੀ ਡਿਫਰੈਂਟ ਸਾਰੇ ਆਊਟਕਮਸ ਆਉਂਦੇ ਰਹਿਣਗੇ ਆਪਾਂ ਦੇਖਦੇ ਰਵਾਂਗੇ ਅਜੇ ਤੱਕ ਬੇਸਿਕ ਡਿਵੈਲਪਮੈਂਟਸ ਕਿਆ ਹੋਈਆਂ ਹੈ COP28 ਵਿੱਚ ਉਹ ਆਪਾਂ ਦੇਖਦੇ ਸਭ ਤੋਂ ਪਹਿਲਾਂ ਦੇਖੋ ਸਾਰੀ ਕੰਟਰੀਜ਼ ਨੇ ਪਲੇਜ ਲਿੱਤੀ ਸੀ that they will triple their renewable energy by 2030 ਠੀਕ ਹੈ ਸੋ ਇੰਡੀਆ ਤੇ ਚਾਈਨਾ ਨੇ ਇਸ 'ਚ ਸਾਈਨ ਨਹੀਂ ਕੀਤਾ ਹੈ ਆਲਦੋ ਦੇਖੋ ਆਪਾਂ ਪਿਛਲੀ ਡਿਸਕਸ਼ਨ 'ਚ ਡਿਸਕਸ ਕੀਤਾ ਸੀ ਕਿ ਇੱਕ ਥਿੰਕ ਟੈਂਕ ਹੈ ਪਰ ਥਿੰਕ ਟੈਂਕ ਨੇ ਰਿਪੋਰਟ ਦਿੱਤੀ ਹੈ ਕਿ ਇੰਡੀਆ 14th ਨੈਸ਼ਨਲ ਇਲੈਕਟ੍ਰਿਸਿਟੀ ਪਲਾਨ ਦੇ ਅਕੋਰਡਿੰਗ ਆਲਰੇਡੀ ਆਪਦੀ ਰਿਨਿਊਏਬਲ એનર્ਜੀ ਕੈਪੈਸਿਟੀ ਜਿਹੜੀ ਹੈ ਉਹ ਟ੍ਰਿਪਲ ਕਰਨ ਵਾਲਾ ਹੈ ਬਾਈ 2030 ਅਗਰ ਉਹਨੂੰ ਅੱਛੇ ਪੈਸੇ ਮਿਲ ਜਾਣ ਮਤਲਬ ਪੈਸਾ ਬਹੁਤ ਚਾਹੀਦਾ ਹੈ ਇੰਡੀਆ ਕੈਨ ਵੈਰੀ ਵੈਲ ਟ੍ਰਿਪਲ ਇਟਸ ਰਿਨਿਊਏਬਲ એનર્ਜੀ ਬਾਈ 2030 ठीक है सो इंडिया इज ऑलरेडी ऑन दिस पाथ राइट अगर फाइनेंस इशू ना बने बट फिर भी इंडिया ने प्लेज क्यों नहीं साइन की क्योंकि इंडिया लाइक चाइना दे वांट टू शोकेस कि क्लाइमेट चेंज की ज़्यादा जिम्मेदारी ਜਿਹੜੀ ਹੈ ਉਹ ਡਿਵੈਲਪਡ ਵਰਲਡ ਤੇ ਹੈ ਯਾਨੀ ਕਿ ਕੰਟਰੀਜ਼ ਲਾਈਕ USA UK ਜਿਨ੍ਹਾਂ ਨੇ ਆਪਦੀ ਇੰਡਸਟਰੀਅਲਾਈਜੇਸ਼ਨ ਦੇ ਦੌਰਾਨ ਕਲਾਈਮੇਟ ਨੂੰ ਕਾਫੀ ਹਾਰਮ ਕੀਤਾ who are the main reasons of climate change or rising temperature today right ਸੋ ਇਸੇ ਲਈ ਇੰਡੀਆ ਚਾਈਨਾ ਨੇ ਰਿਫਰੇਨ ਕੀਤਾ ਹੈ ਵੈਸੇ ਵੀ ਇਹ ਪਲੇਜ ਕਹਿਣਾ ਚਾਹਤੀ ਹੈ ਕਿ ਕੋਲ ਦਾ ਯੂਸੇਜ ਜਿਹੜਾ ਹੈ ਬਹੁਤ ਜ਼ਿਆਦਾ ਘਟਾਉਣਾ ਪਏਗਾ 2030 ਤੱਕ ਜਦਕਿ ਇੰਡੀਆ ਚਾਈਨਾ ਕਹਿੰਦੇ ਆ ਕਿ ਅਸੀਂ ਹੌਲੀ ਹੌਲੀ ਕੋਲ ਦਾ ਯੂਸੇਜ ਘਟਾਵਾਂਗੇ ਆਲਦੋ ਅਸੀਂ ਰਿਨਿਊਏਬਲ એનર્ਜੀ ਵਧਾਉਂਦੇ ਰਵਾਂਗੇ ਬਟ ਅਸੀਂ ਇੱਕੋ ਦਮ ਕੋਲ ਦਾ ਯੂਸੇਜ ਨਹੀਂ ਛੱਡ ਸਕਦੇ ਕਿਉਂਕਿ ਸਾਡੀ ਕੰਟਰੀਜ਼ ਕੋਲ ਐਜ਼ ਅ ਸੋਰਸ ਆਫ એનર્ਜੀ ਤੇ ਬਹੁਤ ਡਿਪੈਂਡ ਕਰਦੀਆਂ ਹੈ ਠੀਕ ਹੈ ਦਿਸ ਇਜ਼ ਐਨ ਇਨ ਹਾਊਸ resource that we have we cannot stop instantly using coal ਇਸੇ ਲਈ ਇਹ pledge ਚ ਇੰਡੀਆ ਨੇ along with China they have not signed along with few other countries ਠੀਕ ਹੈ ਇਹ ਫਰਸਟ ਡਿਵੈਲਪਮੈਂਟ ਹੈ ਇਹ ਯਾਦ ਰੱਖਣੀ ਹੈ ਸੈਕੰਡ
प्राइम मिनिस्टर मोदी ने ग्रीन क्रेडिट प्लान ਜਿਹੜਾ ਹੈ ਲਾਂਚ ਇਸ ਇਸ ਸਮਿਟ ਵਿੱਚ ਕਹਿ ਸਕਦੇ ਹੋ ਮੀਟਿੰਗ ਦੇ ਵਿੱਚ ਠੀਕ ਹੈ ਗ੍ਰੀਨ ਕ੍ਰੈਡਿਟ ਪਲਾਨ ਕਿਆ ਹੈ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਕਿ ਆਪਾਂ ਜਗ੍ਹਾ ਜਗ੍ਹਾ ਤੇ ਵੇਸਟ ਲੈਂਡਸ ਜਿਹੜੀਆਂ ਹੈ ਆਈਡੈਂਟੀਫਾਈ ਕਰਾਂਗੇ ਜਿਹਦੇ ਖੇਤੀਬਾੜੀ ਨਹੀਂ ਹੋ ਸਕਦੀ ਜਾਂ ਜੋ ਬੰਜਰ ਜ਼ਮੀਨਾਂ ਹੈ we will try to convert them into usable या green lands ठीक है now any organization or individual can do it ठीक है this is not a commercial thing ਪਹਿਲਾਂ ਵੀ ਇਹ ਸਿਸਟਮ ਚੱਲਦਾ ਸੀ ਕਾਰਬਨ ਕ੍ਰੈਡਿਟਸ ਗ੍ਰੀਨ ਕ੍ਰੈਡਿਟਸ ਦਾ ਬਟ ਉਹ ਕੰਪਨੀਜ਼ ਇਨਵੋਲਵ ਹੁੰਦੀਆਂ ਸੀ ਡੈਡੀਕੇਟਡਲੀ ਟੂ ਡੂ ਸੱਚ ਥਿੰਗਸ ਤੇ ਉਹਨਾਂ ਨੂੰ ਕਾਰਬਨ ਕ੍ਰੈਡਿਟ ਮਿਲਦਾ ਸੀ ਤਾਂ ਪੀਐਮ ਮੋਦੀ ਕਹਿ ਰਿਹਾ ਕਿ ਇਹ ਜਿਹੜਾ ਕਮਰਸ਼ੀਅਲ ਚੀਜ਼ ਨਹੀਂ ਹੋਣੀ ਚਾਹੀਦੀ ਇਹ ਵੋਲੰਟਰੀ ਚੀਜ਼ ਹੋਣੀ ਚਾਹੀਦੀ ਹੈ ਖੁਦ ਦੇ ਮਨ ਤੋਂ ਤੁਸੀਂ ਇਹ ਜਿਹੇ ਇਨੀਸ਼ੀਏਟਿਵਸ ਲਓ ਤਾਂ ਉਹ ਆਰਗੇਨਾਈਜੇਸ਼ਨ ਜਾਂ ਇੰਡੀਵਿਜੂਅਲ ਜੋ ਇਹ ਇਨੀਸ਼ੀਏਟਿਵ ਲੈਣਗੇ ਉਹਨਾਂ ਨੂੰ ਗ੍ਰੀਨ ਕ੍ਰੈਡਿਟਸ ਮਿਲ ਜਿਹੜੇ ਕਿ ਉਹ ਟ੍ਰੇਡ ਕਰ ਪਾਣ ਰਾਈਟ ਹੁਣ ਇਹਦੀਆਂ ਹਜੇ ਡਿਟੇਲਸ ਨਹੀਂ ਆਈਆਂ ਹੈ ਉਹ ਆਪਾਂ ਬਾਅਦ ਚ ਦੇਖਾਂਗੇ ਕਿ ਕਿਸ ਤਰੀਕੇ ਨਾਲ ਗ੍ਰੀਨ ਕ੍ਰੈਡਿਟਸ ਜਿਹੜੇ ਆ ਕਿਸ ਚੀਜ਼ ਨਾਲ ਟ੍ਰੇਡ ਹੋ ਪਾਣਗੇ but for the time being if such initiatives are taken the people the organization अगर वो voluntary work करते ने they will be getting green credits right tradable green credits ਠੀਕ ਹੈ ਯਾਦ ਰੱਖਣਾ ਹੈ ਇਸ ਦੇ ਨਾਲ ਹੀ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਕਿ ਸਾਨੂੰ ਇੱਕ ਗਲੋਬਲ ਪੋਰਟਲ ਬਣਾਉਣਾ ਚਾਹੀਦਾ ਹੈ ਜਿਸ 'ਚ ਆਪਾਂ ਆਈਡੀਆਜ਼ ਨੌਲੇਜ ਐਕਸਪੀਰੀਐਂਸਿਸ ਕਲੈਕਟ ਕਰ ਸਕਦੇ ਆ ਕਿ ਟਰੀ ਪਲਾਂਟਿੰਗ ਵਗੈਰਾ ਤੇ ਇਨਵਾਇਰਮੈਂਟਲ ਕੰਜ਼ਰਵੇਸ਼ਨ ਕਿਵੇਂ ਕੀਤੀ ਜਾਵੇ ਤਾਂ ਕਿ ਇੰਟਰਨੈਸ਼ਨਲੀ ਆਪਾਂ ਆਈਡੀਆਜ਼ ਪੂਲ ਕਰੀਏ ਤੇ ਡਿਫਰੈਂਟ ਕੰਟਰੀਜ਼ ਉਹਨੂੰ ਇੰਪਲੀਮੈਂਟ ਰਾਈਟ ਥਰਡ ਇੰਪੋਰਟੈਂਟ ਡਿਵੈਲਪਮੈਂਟ ਹੋਈ ਹੈ ਜਿਹੜੀ ਇਹ ਸਕੋਪ 28 ਵਿੱਚ ਦੈਟ ਇਜ਼ ਕ੍ਰੀਏਟਿੰਗ ਲਾਸ ਐਂਡ ਡੈਮੇਜ ਫੰਡ ਠੀਕ ਹੈ ਇਸ 'ਚ ਕਿਆ ਕਿਹਾ ਜਾਂਦਾ ਹੈ ਕਿ ਇੰਨੀ ਜ਼ਿਆਦਾ ਪੋਲਿਊਸ਼ਨ ਕਰਕੇ ਜੋ ਡਿਵੈਲਪਡ ਕੰਟਰੀਜ਼ ਨੇ ਕੀਤੀ ਹੈ ਲਾਈਕ ਯੂਐਸ ਯੂਕੇ ਉਹਦੇ ਕਰਕੇ ਡਿਵੈਲਪਿੰਗ ਕੰਟਰੀਜ਼ ਨੂੰ ਬਹੁਤ ਸਹਿਨ ਕਰਨਾ ਪਿਆ ਹੈ ਦੇ ਹੈਵ ਲੋਟ ਆਫ ਡੈਮੇਜਸ ਲੌਸਸ ਇਨ ਦੀ ਫਾਰਮ ਆਫ ਲਾਈਵਸ ਔਰ ਪ੍ਰੋਪਰਟੀ ਰਾਈਟ ਸੋ ਉਹਨਾਂ ਨੂੰ ਰਿਕਵਰ ਕਰਨ ਲਈ ਹੁਣ ਪੈਸਾ ਚਾਹੀਦਾ ਹੈ ਫॉर ਆਲ ਦ ਲੌਸਸ ਦੈਟ ਦੇ ਹੈਵ ਵਿਟਨੈਸਡ ਉਸ ਲਈ ਇਹ $475 ਮਿਲੀਅਨ ਦਾ ਫੰਡ ਕ੍ਰੀਏਟ ਕੀਤਾ ਗਿਆ ਰਾਈਟ loss damage fund for developing countries to provide them with financial assistance to recover from the effects of climate disasters. Yeah, developed countries like these, they have polluted the environment, they have created climate change impacts, ਜਿਹਦੇ ਕਰਕੇ disasters ਵਧ ਰਹੇ ਹੈ but ਇਹਦਾ impact ਸਭ ਤੋਂ ਜ਼ਿਆਦਾ ਕਿੱਥੇ ਹੋ ਰਿਹਾ ਹੈ developing country, right? So now they want, you know, relief ਜਿਵੇਂ ਆਪਾਂ ਤਾਂ ਉਹੀ ਰਿਲੀਫ ਫੰਡ $475 ਮਿਲੀਅਨ ਦਾ ਕ੍ਰੀਏਟ ਕਰਨ ਦਾ ਫੈਸਲਾ ਕੀਤਾ ਗਿਆ ਹੈ COP 28 ਰਾਈਟ ਪ੍ਰੀਲੀਮ ਦੇ ਕੁਐਸਚਨ 'ਚ ਪੁੱਛਿਆ ਜਾ ਸਕਦਾ ਕਿਹਨੇ ਕਿੰਨੀ ਕੰਟਰੀਬਿਊਸ਼ਨ ਕੀਤੀ ਹੈ ਮੈਕਸਿਮਮ ਕੰਟਰੀਬਿਊਸ਼ਨ EU ਦੀ ਹੈ ਠੀਕ ਹੈ ਆਲਮੋਸਟ ਹਾਫ $255 ਮਿਲੀਅਨ ਇਹਨਾਂ ਨੇ ਹੀ ਕੰਟਰੀਬਿਊਟ ਕੀਤਾ ਇਸ ਫੰਡ ਦੇ ਵਿੱਚ ਦੈਨ UAE ਜਿਹੜੀ ਹੋਸਟ ਕੰਟਰੀ ਸੀ ਇਹਨਾਂ ਨੇ 100 ਮਿਲੀਅਨ ਕਮਿਟ ਕੀਤਾ ਹੈ then USA ਜਿਹੜੀ ਕਿ ਬਹੁਤ ਵੱਡੀ ਕੰਟਰੀ ਹੈ ਬਟ ਬਹੁਤ ਕੰਜੂਸ ਕੰਟਰੀ ਹੈ ਜਸਟ 17.5 ਮਿਲੀਅਨ ਜਾਪਾਨ 10 ਮਿਲੀਅਨ ਰਾਈਟ ਇਹ ਮੇਜਰ ਕੰਟਰੀਬਿਊਟਰਸ ਹੈ ਇਹਨਾਂ ਦੇ ਸੀਕੁਐਂਸ ਤੇ ਕੁਐਸਚਨ ਆ ਸਕਦਾ ਹੈ ਯਾਦ ਰੱਖੋ ਸੈਕੰਡ ਫੈਕਟ ਟੂ ਰਿਮੈਂਬਰ ਜਿਹਦੇ ਪ੍ਰੀਲਿਮਸ ਦਾ ਕੁਐਸਚਨ ਆ ਸਕਦਾ ਹੈ ਫੰਡ ਨੂੰ ਮੈਨੇਜ ਕੌਣ ਕਰੇਗਾ ਵਰਲਡ ਬੈਂਕ ਇਜ਼ ਦੀ ਮੈਨੇਜਿੰਗ ਐਂਟੀਟੀ ਫॉर ਦਿਸ ਲਾਸ ਐਂਡ ਡੈਮੇਜ ਫੰਡ ਯਾਦ ਰੱਖਣਾ ਹੈ ਫੰਡਸ ਵਗੈਰਾ ਤੇ ਕਾਫੀ ਕੁਐਸਚਨ ਆਉਂਦੇ ਨੇ ਕੁਐਸਚਨ ਆ ਸਕਦਾ ਲਾਸ ਐਂਡ ਡੈਮੇਜ ਫੰਡ ਕਿਹੜੀ ਕੌਪ ਵਿੱਚ ਐਸਟੈਬਲਿਸ਼ ਕੀਤਾ ਹੈ ਜਾਂ ਇਹਦੀ ਡਿਸਕਸ਼ਨ ਕਿਹੜੀ ਕੌਪ ਵਿੱਚ ਸਟਾਰਟ ਹੋਈ ਸੀ started much earlier now it has been started right next ਆ ਗਿਆ ਹੈ ਉਸ ਤੋਂ ਬਾਅਦ ਨੈਕਸਟ ਪ੍ਰਪੋਜ਼ਲ ਪ੍ਰਾਈਮ ਮਿਨਿਸਟਰ ਮੋਦੀ ਦਾ ਸੀ ਕਿ ਅਸੀਂ COP 33 ਜਿਹੜੀ ਆ ਹੋਸਟ ਕਰਾਂਗੇ COP 33 ਇੰਡੀਆ ਦੇ ਵਿੱਚ ਕੀਤੀ ਜਾਵੇ ਸਾਨੂੰ ਮੌਕਾ ਦਿੱਤਾ ਜਾਵੇ ਵੀ ਵਿਲ ਸੀ ਇਹ ਹੁੰਦਾ ਹੈ ਕਿ ਨਹੀਂ ਫਾਈਨਲੀ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਕਿ ਡਿਵੈਲਪਡ ਨੇਸ਼ਨਸ ਜਿਹੜੀਆਂ ਹੈ ਉਹ ਕਾਫੀ ਪੋਲਿਊਸ਼ਨ ਕਰ ਰਹੀਆਂ ਹੈ ਜਿੰਨਾ ਵੀ ਕਾਰਬਨ ਦਾ ਬਜਟ ਹੈ 80% ਉਸ ਚੋਂ ਇਹ ਯੂਜ਼ ਕਰ ਚੁੱਕੀਆਂ ਹੈ ਸਾਡੇ ਲਈ ਹੁਣ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੈ ਜਸਟ 20% ਇਹਨਾਂ ਨੇ ਆਲਰੇਡੀ ਆਪਦੀ ਡਿਵੈਲਪਮੈਂਟ ਦੇ ਦੌਰਾਨ ਇੰਨਾ ਕਲਾਈਮੇਟ ਚੇਂਜ ਜਾਂ ਪੋਲਿਊਸ਼ਨ ਇੰਨੀ ਕ੍ਰੀਏਟ ਕਰ ਦਿੱਤੀ ਗਈ ਹੈ that now we have to bear the brunt kind of this is again data that you can use when you have to compare कि किमें developed countries ਦੀ responsibility ਕਾਫੀ है so this is data right ਇਸ ਤੇ ਹੋਰ ਇਨਫੋਰਮੇਸ਼ਨ ਐਨਾਲਿਸਿਸ ਆਏਗਾ ਆਪਾਂ ਡਿਟੇਲ ਚ ਡਿਸਕਸ ਕਰਾਂਗੇ ਹਜੇ ਬੇਸਿਕਸ ਜਿਹੜੇ ਆ ਇਹ ਪੁਆਇੰਟ ਯਾਦ ਕਰਨ ਦੀ ਕੋਸ਼ਿਸ਼ ਕਰੋ ਇਹ 5 ਪੁਆਇੰਟਸ ਜਿਹੜੇ ਆ ਯਾਦ ਰਹਿਣੇ ਚਾਹੀਦੇ ਆ ਤੁਹਾਨੂੰ ਰਾਈਟ ਲਾਸਟ ਨਿਊਜ਼ ਆਈਟਮ ਇਜ਼ India unveils world's first portable hospital can treat 200 patients ਠੀਕ ਹੈ
तो देखो, मिनिस्ट्री ऑफ ਹੈਲਥ, ਮਿਨਿਸਟਰੀ ਆਫ ਡਿਫੈਂਸ ਤੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੇ ਮਿਲ ਕੇ ਇਹ ਇਨੀਸ਼ੀਏਟਿਵ ਜਾਂ ਇਹ ਪ੍ਰੋਡਕਟ ਜਿਹੜਾ ਹੈ ਲਾਂਚ ਕੀਤਾ ਹੈ। ਪੋਰਟੇਬਲ ਹਸਪੀਟਲ, ਯਾਨੀ ਕਿ ਤੁਸੀਂ ਕਿਤੇ ਵੀ ਲੈ ਕੇ ਜਾ ਸਕਦੇ ਹੋ ਇਹਨੂੰ ਤੇ ਉੱਥੇ ਹੀ ਜਾ ਕੇ ਬੈਡਸ, ਇਕਵਿਪਮੈਂਟਸ ਜਿਹੜੇ ਹੈ ਇੱਥੇ ਉੱਥੇ ਇੰਸਟਾਲ ਕਰ ਸਕਦੇ ਹੋ। ਸੋ ਇਹ ਆਪਾਂ ਨੂੰ ਡਿਜ਼ਾਸਟਰ ਰਿਲੀਫ ਵਿੱਚ ਕੈਲੈਮਿਟੀ ਹਿਟ ਰੀਜਨਸ 'ਚ ਕਾਫੀ ਕੰਮ ਆਏਗਾ। ਜਦੋਂ ਵੀ ਕਿਤੇ ਵੀ ਕੋਈ ਦੁਰਘਟਨਾ ਹੁੰਦੀ ਹੈ, ਵੀ ਕੈਨ ਜਸਟ 에ਅਰਲਿਫਟ ਦਿਸ ਹਸਪੀਟਲ, ਰਾਈਟ। ਤੇ ਉਹ ਹਸਪੀਟਲ ਜਿਹੜਾ ਹੈ ਕਨਵਰਟ ਹੋ ਜਾਏਗਾ ਡਿਫਰੈਂਟ ਬੈਡਸ 'ਚ, ਕਿਊਬਸ 'ਚ, ਡਿਫਰੈਂਟ ਇਕਵਿਪਮੈਂਟਸ ਤੇ ਹਾਈ ਕਲਾਸ ਇਕਵਿਪਮੈਂਟਸ ਵੀ ਹੋਣਗੇ ਤਾਂ ਕਿ ਲੋਕਾਂ ਨੂੰ ਟ੍ਰੀਟ ਕੀਤਾ ਜਾ ਸਕੇ, ਰਾਈਟ। ਸੋ ਇਹ ਪ੍ਰੋਜੈਕਟ ਭੀਸ਼ਮ ਦੇ ਅੰਡਰ ਇਹ ਜਿਹੜਾ ਹਸਪੀਟਲ ਹੈ ਉਹ ਬਣਾਇਆ ਗਿਆ ਹੈ। ਭੀਸ਼ਮ ਦੀ ਫੁੱਲ ਫਾਰਮ ਹੈ ਭਾਰਤ ਹੈਲਥ ਇਨੀਸ਼ੀਏਟਿਵ ਫॉर ਸਹਿਯੋਗ, ਹਿਤਾ ਐਂਡ ਮੈਤਰੀ, ਰਾਈਟ। ਐਂਡ ਦਿਸ ਵਿਲ ਸਪੈਸ਼ਲੀ ਬੀ ਯੂਜ਼ਡ ਫॉर ਨੈਚੁਰਲ ਕਲੈਮਿਟੀਜ਼ ਇਨ ਅਦਰ ਕੰਟਰੀਜ਼। ਹਿਊਮੈਨਿਟੇਰੀਅਨ ਏਡ ਦੇਣ ਲਈ ਇਹ ਬਾਕੀ ਕੰਟਰੀਜ਼ ਨੂੰ ਹੈਲਪ ਕਰਨ ਲਈ ਵੀ ਜ਼ਿਆਦਾ ਯੂਜ਼ ਕੀਤਾ ਜਾਏਗਾ, ਰਾਈਟ। ਜਿਵੇਂ ਸਮਝ ਲਓ ਨੇਪਾਲ ਵਿੱਚ ਅਰਥਕੁਏਕ ਆ ਗਿਆ, ਉਹਨਾਂ ਨੂੰ ਅਸਿਸਟੈਂਸ ਦੀ ਜ਼ਰੂਰਤ ਹੈ, ਵੀ ਵਿਲ ਸੈਂਡ ਦਿਸ ਪੋਰਟੇਬਲ ਹਸਪੀਟਲ। ਉੱਥੇ ਜਾ ਕੇ ਹਸਪੀਟਲ ਨੂੰ ਖੋਲ ਦਿੱਤਾ ਜਾਏਗਾ, ਡਿਫਰੈਂਟ ਬੈਡਸ, ਡਿਫਰੈਂਟ ਕਿਊਬਸ ਇਹਦੇ ਖੁੱਲ ਜਾਣਗੇ, ਬਣ ਜਾਣਗੇ, ਜਿੱਥੇ ਲੋਕਾਂ ਨੂੰ ਟ੍ਰੀਟ ਕੀਤਾ, ਰਾਈਟ। तो ये इंटरनेशनल परस्पेक्टिव तो भी ज़्यादा ये डिज़ाइन किया गया है ताकि इंडिया की सॉफ्ट पावर, बहुत इंपॉर्टेंट एग्जाम्पल बन जाती है ये सॉफ्ट पावर जिहड़ी है दुनिया विच फैलाई जा सके, वधाई जा सके, राइट। कलैमिटी हिट रीजनस च असी ये आपदा हॉस्पिटल भेजांगे, पोर्टेबल हॉस्पिटल। पीपल विल बी सो थैंकफुल एंड वी विल बी बिल्डिंग ग्रेट टाइज विद अदर नेशन, राइट। दैट इज हाउ दिस इनिशिएटिव इज वेरी, right. That is all for today's discussion. If you have any doubt, any query, you know our number. This is the number that you can connect with, right. You will get a reply within 24 hours. Just drop in a message. You will get the time also if you want to talk on the phone, right. That is all for today. Thank you so much for joining.